ਪਵੇ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇसी ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ ਸੀਸੀਟੀਵੀ ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ। 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨਆਰਆਈ ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ। ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ। ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ, ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ।
ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਘਰ 'ਚ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ, ਨਾਲ ਹੀ ਸਾਡੇ DSPs ਹਨ DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ ਇੰਸਪੈਕਟਰ ਆਕਾਸ਼ ਦੱਤ, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ। ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ ਅਤੇ ਮਾਨਯੋਗ DIG ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੀ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ NRI ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ CCTV ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ। 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ NRI ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ, ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ, ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ, ਇਸ ਲਈ ਬਹੁਤ ਹੀ ਲਿਮਿਟਿਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ
ਲਿਮਿਟਿਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ, ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ, ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੇਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ DSPs ਹਨ, DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ, ਇੰਸਪੈਕਟਰ ਆਕਾਸ਼ ਦੱਤ, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ। ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ ਅਤੇ ਮਾਨਯੋਗ DIG ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੀ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ NRI ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ CCTV ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ
ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ। ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ NRI ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ। ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ। ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਿਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਿਡ CCTV ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ CCTV ਕੈਮਰਾਸ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ CCTV ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ 'ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ,
ਤੇ ਤੀਸਰਾ ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ ਐਸਪੀ ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ ਡੀਐਸਪੀਜ਼ ਹਨ, ਡੀਐਸਪੀ ਵਿਨੋਦ ਕੁਮਾਰ, ਡੀਐਸਪੀ ਮੋਹਿਤ ਸਿੰਗਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ, ਇੰਸਪੈਕਟਰ ਆਕਾਸ਼ ਦੱਤ, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ ਤੇ ਸਾਡੇ ਐਸਆਈ ਜਰਨੈਲ ਸਿੰਘ ਐਂਡ ਐਸਆਈ ਸਿਮਰਨਦੀਪ। ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੀ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ ਐਨਆਰਆਈ ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ ਸੀਸੀਟੀਵੀ ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ। ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ ਐਨਆਰਆਈ ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ। ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ, ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ, ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬਣ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਿਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਿਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਸ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ।
ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੇਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ CCTV ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ, ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ, ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ, ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਘਰ 'ਚ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ DSPs ਹਨ, DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ, ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ ਇੰਸਪੈਕਟਰ ਆਕਾਸ਼ ਦਲ, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ, ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ। ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ ਅਤੇ ਮਾਨਯੋਗ DIG ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੀ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ NRI ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ CCTV ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ। 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ, ਅਤੇ ਇਹ ਜਿਹੜੀ NRI ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ, ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ, ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ, ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ,
ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਿਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਿਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੇਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ DSPs ਹਨ, DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ, ਇੰਸਪੈਕਟਰ ਆਕਾਸ਼, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ। ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ ਅਤੇ ਮਾਨਯੋਗ DIG ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੇ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ NRI ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ,
ਕੋਈ ਪੈਸੇ ਦਾ ਲੈਣ ਦੇਣ, ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ ਸੀਸੀਟੀਵੀ ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲਣੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ। ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ ਅਤੇ ਇਹ ਜਿਹੜੀ NRI ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ, ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ, ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ ਫਿਰ ਗਲੇ ਵਿੱਚ ਤੌਲੀਏ, ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਡ ਸੀਸੀਟੀਵੀ ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ ਸੀਸੀਟੀਵੀ ਕੈਮਰਾਜ਼ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਉਣ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ। ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੇਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨਡ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਊਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ 'ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ।
ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ DSPs ਹਨ, DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ, ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ ਇੰਸਪੈਕਟਰ ਆਕਾਸ਼, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ, ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ। ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ ਅਤੇ ਮਾਨਯੋਗ DIG ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਇੱਕ ਜ਼ੀਰੋ ਟੋਲਰੈਂਸ ਪਾਲਿਸੀ। ਇਸੀ ਦੀ ਲੜੀ ਵਿੱਚ 1 ਫਰਵਰੀ ਨੂੰ ਡਾਇਲ 112 ਤੋਂ ਇਨਫੋਰਮੇਸ਼ਨ ਆਉਂਦੀ ਹੈ ਕਿ ਇੱਕ 80 ਸਾਲਾਂ ਦੀ ਬਜ਼ੁਰਗ NRI ਮਹਿਲਾ ਦਾ ਕਤਲ ਕੀਤਾ ਗਿਆ ਹੈ। ਇਹਦੀ ਗੰਭੀਰਤਾ ਨੂੰ ਸਮਝਦੇ ਹੋਏ ਇਮੀਡੀਏਟਲੀ ਪੁਲਿਸ ਪਾਰਟੀਆਂ ਮੌਕੇ ਤੇ ਪਹੁੰਚੀਆਂ ਅਤੇ ਫੋਰੈਂਸਿਕ ਟੀਮਸ ਨੇ ਜਾਂਚ ਕਰਨੀ ਸ਼ੁਰੂ ਕੀਤੀ। ਇਨੀਸ਼ੀਅਲੀ ਇਹ ਮਰਡਰ ਇੱਕ ਬਲਾਈਂਡ ਮਰਡਰ ਦੀ ਤਰ੍ਹਾਂ ਸੀ, ਕਿਉਂਕਿ ਇਹਦੇ ਵਿੱਚ ਵੱਖ-ਵੱਖ ਐਂਗਲ ਸੀ, ਜਿਵੇਂ ਕਿ ਕੋਈ ਪਰਸਨਲ, ਕੋਈ ਫੈਮਿਲੀ ਡਿਸਪਿਊਟ, ਕੋਈ ਪੈਸੇ ਦਾ ਲੈਣ ਦੇਣ। ਇਹਨਾਂ ਨੇ ਰੈਂਟ ਤੇ ਵੀ ਚੜਾਏ ਹੋਏ ਸੀ ਆਪਣੇ ਨਾਲ ਵਾਲੇ ਮਕਾਨ, ਉੱਥੇ ਵੀ 4 ਤੋਂ 5 ਪਰਿਵਾਰ ਰਹਿ ਰਹੇ ਸਨ ਆਦਿ। ਨਾਲ ਹੀ ਜਿਹੜੇ CCTV ਫੁਟੇਜ, ਜਿਹੜੀ ਟੈਕਨੀਕਲ ਮਦਦ ਮਿਲੀ ਸੀ ਪੁਲਿਸ ਪਾਰਟੀ ਨੂੰ, ਉਹ ਬਹੁਤ ਹੀ ਜ਼ਿਆਦਾ ਲਿਮਿਟਡ ਸੀ। ਇਸੇ ਦੇ ਚੱਲਦੇ ਹੋਏ ਖੰਨਾ ਪੁਲਿਸ ਨੇ ਸਕਸੈਸਫੁਲੀ ਜਿਹੜਾ ਅਕਿਊਜ਼ਡ ਹੈ ਰਾਹੁਲ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਿੱਛੋਂ ਦੀ, ਉਹਨੂੰ ਕਾਬੂ ਕਰ ਲਿਆ ਹੈ। ਇਹ ਤਕਰੀਬਨ 24 ਸਾਲਾਂ ਦਾ ਹੈ ਅਤੇ 3 ਸਾਲ ਪਹਿਲਾਂ ਹੀ ਅਲੀਗੜ੍ਹ ਤੋਂ ਇੱਥੇ ਨਾਲ ਵਾਲੇ ਮਕਾਨ ਵਿੱਚ ਹੀ, ਜੋ ਕਿ ਡਿਸੀਜ਼ਡ ਦਾ ਹੀ ਹੈ, ਉੱਥੇ ਰੈਂਟ ਤੇ ਰਹਿੰਦਾ ਸੀ 2000 ਰੁਪਏ ਹਰ ਮਹੀਨੇ ਦਾ ਰੈਂਟ ਦੇ ਕੇ। ਇਹ ਆਪਣੀ ਵਾਈਫ ਅਤੇ 2 ਬੱਚਿਆਂ ਦੇ ਨਾਲ ਉੱਥੇ ਰਹਿੰਦਾ ਸੀ। ਇਹਦੇ ਮਨ ਵਿੱਚ ਆਇਆ ਕਿ ਇਹਦੇ ਜਿਹੜੇ ਪਿਤਾ ਜੀ ਸੀ, ਉਹ ਬਿਮਾਰ ਹੋਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਇਹਨਾਂ ਦੀ ਮੌਤ ਹੋ ਗਈ। ਉਹਨਾਂ ਦੇ ਇਲਾਜ ਲਈ ਇਹਨੇ ਤਕਰੀਬਨ 20,000 ਰੁਪਏ ਉਧਾਰ ਲਿੱਤੇ ਸੀਗੇ ਕਿਸੇ ਅਲੀਗੜ੍ਹ ਦੀ ਪਾਰਟੀ ਤੋਂ। ਇਹਨੂੰ ਪੈਸੇ ਦੀ ਕਾਫੀ ਦਿੱਕਤ ਸੀ, ਦਿਹਾੜੀਦਾਰ ਬੰਦਾ ਸੀ, ਅਤੇ ਇਹ ਜਿਹੜੀ NRI ਲੇਡੀ ਹੈ, ਇਹ ਕੁਝ ਮਹੀਨੇ ਪਹਿਲਾਂ ਜਦ ਭਾਰਤ ਆਏ ਤਦ ਇਹਨੇ ਇਹਨਾਂ ਦੇ ਘਰ ਵਿੱਚ ਕੁਝ ਪਲੰਬਿੰਗ ਦਾ, ਕੁਝ ਪਾਈਪ ਦਾ, ਕੁਝ ਦਿਹਾੜੀ ਦਾ ਕੰਮ ਵੀ ਕੀਤਾ ਸੀ। ਇਹਨੂੰ ਪਤਾ ਚੱਲਿਆ ਕਿ ਇਹ ਲੇਡੀ ਦੇ ਘਰ ਇਹ ਸਾਰੀ ਰੈਂਟਲ ਇਨਕਮ ਇਕੱਠੀ ਹੋਈ ਹੋਵੇਗੀ। ਇਸ ਲਈ ਵਾਰਦਾਤ ਵਾਲੀ ਰਾਤ ਨੂੰ ਇਹ ਤਕਰੀਬਨ 2:30 ਵਜੇ ਅੰਦਰ ਵੜਿਆ ਘਰ 'ਚ ਅਤੇ ਇੰਤਜ਼ਾਰ ਕੀਤਾ। ਸਿੰਸ ਇਹ ਗੁਆਂਢੀ ਹੀ ਸੀ, ਉੱਥੇ ਨਾਲ ਹੀ ਰੈਂਟ ਤੇ ਰਹਿੰਦਾ ਸੀ, ਇਸ ਲਈ ਉਹਨੂੰ ਡਿਸੀਜ਼ਡ ਦੀ ਦਿਨਚਰਿਆ ਦੇ ਬਾਰੇ ਪਤਾ ਸੀ। ਤਕਰੀਬਨ 4:30 ਪੌਣੇ 5 ਵਜੇ ਜਦ ਡਿਸੀਜ਼ਡ ਉੱਠੇ ਬਾਥਰੂਮ ਜਾਣ ਲਈ, ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪਿੱਛੋਂ ਦੀ ਝਪੱਟਾ ਮਾਰ ਕੇ ਪਹਿਲਾਂ ਉਹਨਾਂ ਨੂੰ ਗਿਰਾਇਆ, ਸਿਰ ਤੇ ਚੋਟ ਵੱਜਣ ਦੇ ਕਾਰਨ ਉਹ ਬੇਹੋਸ਼ ਹੋਏ। ਉਹ ਤੋਂ ਬਾਅਦ ਹੱਥਾਂ ਬਾਹਾਂ ਨੂੰ ਬੰਨ੍ਹ ਕੇ, ਫਿਰ ਗਲੇ ਵਿੱਚ ਤੌਲੀਏ, ਚੁੰਨੀ ਦੇ ਨਾਲ, ਜਿਹੜੀ ਕਿ ਇਹ ਆਪਣੇ ਲੱਕ ਤੇ ਬੰਨ੍ਹ ਕੇ ਆਇਆ ਸੀ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ, ਉਹਦੇ ਨਾਲ ਇਹਨੇ ਉਹਨਾਂ ਨੂੰ ਸਟ੍ਰੈਂਗੂਲੇਟ ਕਰਕੇ ਉਹਨਾਂ ਦਾ ਕਤਲ ਕੀਤਾ। ਇਹਦੇ ਵਿੱਚ ਇਹ ਬੜਾ ਹੀ ਸ਼ਾਤਿਰ ਬੰਦਾ ਸੀ। ਇਹਨੇ ਕਾਫੀ ਮਹੀਨਿਆਂ ਤੋਂ ਇਹ ਪਲੈਨਿੰਗ ਕਰ ਰਿਹਾ ਸੀ। ਪਹਿਲਾਂ ਤਾਂ ਇਹ ਉੱਥੇ ਬੂਟ ਪਾ ਕੇ ਨਹੀਂ ਗਿਆ, ਨੰਗੇ ਪੈਰੀ ਹੀ ਗਿਆ ਤਾਂ ਕਿ ਕੁਝ ਆਵਾਜ਼ ਨਾ ਆਵੇ। ਦੂਜਾ, ਇਹਨੇ ਗੇਟ ਵੀ ਨਹੀਂ ਖੋਲ੍ਹਿਆ ਤਾਂ ਕਿ ਆਸੇ-ਪਾਸੇ ਵੀ ਨਾ ਰੌਲਾ ਪਵੇ। ਇਹ ਕੰਧ ਟੱਪ ਕੇ ਗਿਆ। ਇਸ ਲਈ ਬਹੁਤ ਹੀ ਲਿਮਿਟਡ ਟੈਕਨੀਕਲ ਐਵੀਡੈਂਸ ਸੀ। ਆਪਣਾ ਫੋਨ ਵੀ ਘਰ ਛੱਡ ਕੇ ਗਿਆ ਸੀ। ਲਿਮਿਟਡ CCTV ਟ੍ਰੇਲ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਕਲੂਜ਼ ਨੂੰ, ਛੋਟੇ-ਛੋਟੇ ਕਲੂਜ਼ ਨੂੰ ਗਹਿਰਾਈ ਨਾਲ ਉਹਨਾਂ ਦੀ ਜਾਂਚ ਕੀਤੀ। ਜਿਵੇਂ ਕਿ ਇਹਦਾ ਜਿਹੜਾ ਪੰਜਾ ਸੀ, ਉਹਦਾ ਵੀ ਨਿਸ਼ਾਨ ਮਿਲਿਆ ਸਾਨੂੰ ਕੰਧ ਤੋਂ, ਜਿੱਥੇ ਇਹਨੇ ਟੱਪ ਕੇ ਗਿਆ। ਇਹ ਕਲੂਜ਼ ਨੂੰ ਜੋੜਦੇ ਸਸਪੈਕਟਸ ਨੂੰ ਐਲੀਮੀਨੇਟ ਕਰਦੇ ਫਾਈਨਲੀ ਇਹ ਅਸੀਂ ਅਕਿਊਜ਼ ਕਾਬੂ ਕੀਤਾ ਹੈ। ਇਹਦੇ ਨਾਲ ਹੀ ਮੈਂ ਖੰਨਾ ਵਾਸੀਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਣੇ ਘਰ ਵਿੱਚ CCTV ਕੈਮਰਾਜ਼ ਲਗਾਉਣ, ਜਿਹੜੇ ਵੀ ਟੈਨੈਂਟ ਰੱਖੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ। ਜੀ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਉਹਨਾਂ ਦੇ ਕਮਰੇ 'ਚ ਗਿਆ। ਕਮਰੇ 'ਚ ਉਹਨਾਂ ਦਾ ਪਰਸ ਸੀ, ਉਹਦੇ ਵਿੱਚੋਂ ਇਹਨੇ ਪੈਸੇ ਅਤੇ ਹੋਰ ਸਮਾਨ ਚੋਰੀ ਕੀਤਾ। ਸਿੰਸ ਉਹਨਾਂ ਦੇ ਡਿਸੀਜ਼ ਨੇ ਥੋੜਾ ਰੌਲਾ ਪਾਇਆ ਸੀ, ਇਸ ਲਈ ਡਰ ਕੇ ਫਿਰ ਉੱਥੋਂ ਦੀ ਫਰਾਰ ਹੋ ਗਿਆ।
ਨਾਲ ਹੀ ਆਪਣੇ ਘਰ ਵਾਪਸ ਨਹੀਂ ਗਿਆ। ਇਹ ਪੂਰਾ ਦਿਨ ਇੱਧਰ ਉੱਧਰ ਫਿਰਦਾ ਰਿਹਾ। ਇਹਨੇ ਆਪਣੇ ਕੱਪੜੇ ਵੀ ਬਦਲ ਲਏ ਅਤੇ ਫਿਰ ਸ਼ਾਮੀ ਇਹ ਆਪਣੇ ਘਰ ਵਾਪਸ ਆਉਂਦਾ। ਕੋਈ ਪੁਰਾਣੀ ਬੈਕਗ੍ਰਾਉਂਡ ਕੀ ਹੈ ਮੈਡਮ ਦੀ? ਅਜੇ ਅਸੀਂ ਇਹਦਾ ਰਿਮਾਂਡ ਲੈ ਕੇ ਉਹ ਸਾਰਾ ਕੁਝ ਵਾਚਾਂਗੇ। ਕਿੰਨਾ ਕੁਝ ਹੋਇਆ ਕਿ ਪਰਿਵਾਰ ਨਾਲ ਰਹਿ ਰਹੇ ਸੀ, ਕਿਸੇ ਨੇ ਬਾਤ ਕੀਤੀ ਹੋਊਗੀ ਪਰਿਵਾਰ ਉਹ ਸਾਡਾ ਹੈ। ਨਾਲ ਹੀ ਇਹਦੀ ਵਾਈਫ ਤੇ ਦੋਨੋਂ ਬੱਚੇ ਨਾਲ ਹੀ ਰਹਿੰਦੇ ਸਨ। ਇਹਦਾ ਮਕਸਦ ਜੀ ਦੇਖੋ, ਇਹ 2-3 ਮਹੀਨਿਆਂ ਤੋਂ ਪਲੈਨਿੰਗ ਕਰ ਰਿਹਾ ਸੀ। ਦੂਜੀ ਗੱਲ ਹੈ, ਇਹਨੇ ਪ੍ਰੋਪਰ ਰੇਕੀ ਕੀਤੀ ਹੋਈ ਸੀ। ਇਹਨੂੰ ਪਤਾ ਸੀਗਾ ਕਿ ਜਿਹੜਾ ਇੱਕ ਸੀਸੀਟੀਵੀ ਕੈਮਰਾ ਗਲੀ ਵਿੱਚ ਥੋੜਾ ਅੱਗੇ ਜਾ ਕੇ ਹੈ, ਉੱਥੋਂ ਦਾ ਬਲਾਈਂਡ ਸਪੌਟ ਕੀਤੇ ਹੈ ਤੇ ਇਹਨੇ ਡੈਫੀਨਿਟਲੀ ਪਲਾਨਡ ਸੀ। ਬਾਕੀ ਦਾ ਇਹਦਾ ਕੀ ਐਗਜ਼ੈਕਟ ਮੋਟਿਵ ਸੀ ਉਹ ਤਾਂ ਦੌਰਾਨੇ ਅਸੀਂ ਰਿਮਾਂਡ ਵਾਚਾਂਗੇ। ਨਹੀਂ, ਇਹ ਇਹਦੀ ਪਹਿਲੀ ਹੀ ਅਟੈਂਪਟ ਸੀ। ਇਹਨੇ ਉਹ ਵਾਰਦਾਤ ਕਰਨ ਤੋਂ ਬਾਅਦ ਗਲੀ ਦੇ ਅੱਗੇ ਜਿਹੜਾ ਪੁਲ ਹੈ ਉੱਥੇ ਇਹਨੇ ਉੱਥੇ ਘੁੰਮਦਾ ਰਿਹਾ, ਫਿਰਦਾ ਰਿਹਾ ਤਕਰੀਬਨ 7 ਵਜੇ ਤੱਕ। ਉਹ ਤੋਂ ਬਾਅਦ ਜਦ ਦੁਕਾਨਾਂ ਖੁੱਲੀਆਂ ਫਿਰ ਇਹਨੇ ਆਪਣੇ ਕੱਪੜੇ ਸਿੱਟ ਕੇ ਫਿਰ ਇਹਨੇ ਨਵੇਂ ਕੱਪੜੇ ਪਾ ਲਏ। ਅਮਾਉਂਟ ਅਜੇ ਅਸੀਂ ਦੇਖ ਰਹੇ ਹੈਗੇ ਕਿ ਕੀ ਕੁਛ ਇਹਨੇ ਚੋਰੀ ਕੀਤਾ ਹੈਗਾ ਪਰਸ ਚੋਂ, ਤੇ ਸਿੰਸ ਥੋੜਾ ਰੌਲਾ ਰੱਪਾ ਪੈ ਗਿਆ ਸੀ ਇਸ ਲਈ ਹੋਰ ਕੋਈ ਚੋਰੀ ਨਹੀਂ ਕਰ ਪਾਇਆ ਘਰ 'ਚ। ਤਕਰੀਬਨ ਇਹ 3 ਸਾਲਾਂ ਤੋਂ ਉੱਥੇ ਹੀ ਰਹਿ ਰਿਹਾ ਸੀ। ਇਹ ਦਿਹਾੜੀਦਾਰ ਬੰਦਾ ਸੀ ਤੇ ਇਹਦੀ ਜਿਹੜੀ ਬੀਵੀ ਸੀ ਉਹ ਵੀ ਲੋਕਾਂ ਦੇ ਘਰ ਕੰਮ ਕਰਦੀ ਸੀ। ਇਹਦੇ ਬੱਚੇ ਛੋਟੇ ਹੀ ਨੇ, ਤਕਰੀਬਨ 5 ਤੇ 7 ਸਾਲ ਦੇ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਕਿ ਖੰਨਾ ਪੁਲਿਸ ਦੀ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ। ਦੂਜਾ, ਮੈਂ ਲੋਕਾਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਆ ਕੇ ਕ੍ਰਾਈਮ ਰਿਪੋਰਟ ਕਰੋ। ਅਸੀਂ ਇਨਸ਼ੋਰ ਕਰਦੇ ਹੈਗੇ ਹਾਂ ਕਿ 100% ਰਜਿਸਟ੍ਰੇਸ਼ਨ ਆਫ FIR ਹੁੰਦੀ ਹੈ, ਨਾ ਸਿਰਫ ਇਹੋ ਜਿਹੇ ਵੱਡੇ ਵਾਰਦਾਤਾਂ ਵਿੱਚ ਵੀ, ਪਰ ਛੋਟੇ ਅਪਰਾਧ ਜਿਹੜਾ ਕਿ ਜਨਤਾ ਨੂੰ ਐਕਚੁਅਲੀ ਅਫੈਕਟ ਕਰਦੇ ਨੇ, ਜਿਵੇਂ ਕਿ ਖੋਹਾਂ ਤੇ ਬਾਕੀ ਸਾਰੀਆਂ ਲੁੱਟਾਂ। ਤੇ ਤੀਸਰਾ, ਮੈਂ ਕ੍ਰਿਮੀਨਲਸ ਨੂੰ ਇਹੀ ਕਹਾਂਗੀ ਕਿ ਸਾਡੀ ਟੀਮ ਇੱਥੇ ਬੜੀ ਮਿਹਨਤੀ ਹੈ। ਮੈਂ ਨਾਲ ਹੀ ਟੀਮ ਦੀ ਸ਼ਲਾਘਾ ਵੀ ਕਰਦੀ ਹਾਂ। ਸਾਡੀ ਟੀਮ ਲੀਡ ਕੀਤੀ ਹੈਗੀ ਹੈ SP ਪਵਨਜੀਤ ਚੌਧਰੀ ਨੇ। ਨਾਲ ਹੀ ਸਾਡੇ DSPs ਹਨ, DSP ਵਿਨੋਦ ਕੁਮਾਰ, DSP ਮੋਹਿਤ ਸਿੰਗਲਾ ਅਤੇ ਸਾਡੇ ਬਾਕੀ ਦੇ ਟੀਮ ਮੈਂਬਰਸ ਹਨ, ਇੰਸਪੈਕਟਰ ਆਕਾਸ਼, ਇੰਸਪੈਕਟਰ ਹਰਜੀਵਨ, ਇੰਸਪੈਕਟਰ ਹਰਦੀਪ ਤੇ ਸਾਡੇ SI ਜਰਨੈਲ ਸਿੰਘ ਐਂਡ SI ਸਿਮਰਨਦੀਪ।